ਸਤਿ ਸ਼੍ਰੀ ਅਕਾਲ ਸਟੂਡੈਂਟਸ। ਲਾਸਟ ਟਾਈਮ ਆਪਾਂ ਬਲਕ ਆਇਲ ਸਰਕਟ ਬ੍ਰੇਕਰ ਜਿਹੜਾ ਸੀ ਉਹਨੂੰ ਸਟੱਡੀ ਕੀਤਾ ਸੀ। ਸੋ ਬਲਕ ਆਇਲ ਸਰਕਟ ਬ੍ਰੇਕਰ ਜਿਹੜਾ ਹੁੰਦਾ ਆ, ਆਪਾਂ ਨੂੰ ਪਤਾ ਕਿ ਜਿਹੜਾ ਆਇਲ ਸਰਕਟ ਬ੍ਰੇਕਰ ਆ ਜਾਂ ਬਲਕ ਆਇਲ ਸਰਕਟ ਬ੍ਰੇਕਰ ਆ, ਉਹਦੇ ਵਿੱਚ ਦੋ ਫੰਕਸ਼ਨ ਜਿਹੜਾ ਹੁੰਦਾ ਨਾ ਆਪਣਾ ਆਇਲ ਪਰਫਾਰਮ ਕਰਦਾ। ਫਸਟ ਫੰਕਸ਼ਨ ਤਾਂ ਇਹ ਹੁੰਦਾ ਕਿ ਇਹਨੇ ਕੀ ਕਰਨਾ ਹੁੰਦਾ, ਆਰਕ ਪਿੰਚਿੰਗ ਮੀਡੀਅਮ ਦੀ ਤਰ੍ਹਾਂ ਕੰਮ ਕਰਨਾ ਹੁੰਦਾ, ਯਾਨੀ ਕਿ ਆਰਕ ਨੂੰ ਖਤਮ ਕਰਨਾ ਹੁੰਦਾ ਇਹਨੇ ਜਿਹੜਾ ਆਪਾਂ ਆਇਲ ਯੂਜ਼ ਕਰਦੇ ਹਾਂ ਵਿੱਚ। ਅਤੇ ਸੈਕਿੰਡ ਕੰਮ ਜਿਹੜਾ ਹੁੰਦਾ ਉਹ ਬਲਕ ਆਇਲ ਸਰਕਟ ਬ੍ਰੇਕਰ ਦਾ ਦੇ ਵਿੱਚ ਆਇਲ ਦਾ ਉਹ ਇਹ ਹੁੰਦਾ ਕਿ ਉਹਨੇ ਕੀ ਕਰਨਾ ਹੁੰਦਾ, ਇਨਸੂਲੇਟ ਕਰਨਾ ਹੁੰਦਾ ਲਾਈਵ ਪਾਰਟ ਅਤੇ ਅਰਥ ਪਾਰਟ ਨੂੰ। ਤੁਹਾਨੂੰ ਦੁਬਾਰਾ ਵੀ ਦਿਖਾ ਦਿੰਦਾ ਮੈਂ। ਆ ਦੇਖੋ, ਇੱਕ ਤਾਂ ਇਹਨੇ ਕੀ ਕਰਨਾ ਹੈ, ਜਿਹੜੇ ਕੰਟੈਕਟ ਅਲੱਗ ਹੋਣੇ ਇੱਥੇ ਆਰਕ ਪ੍ਰੋਡਿਊਸ ਹੋਣੀ, ਉਹਨੂੰ ਆਰਕ ਨੂੰ ਖਤਮ ਕਰਨਾ ਹੁੰਦਾ ਆਇਲ ਨੇ। ਅਤੇ ਸੈਕਿੰਡ ਕੀ ਕਰਨਾ ਹੁੰਦਾ, ਜਿਹੜਾ ਲਾਈਵ ਪਾਰਟ ਆ ਅਤੇ ਅਰਥ ਜਿਹੜਾ ਆਪਣਾ ਟੈਂਕ ਹੁੰਦਾ ਉਹਨੂੰ ਕੀ ਕਰਨਾ ਹੁੰਦਾ, ਇੱਕ ਦੂਜੇ ਤੋਂ ਇਨਸੂਲੇਟ ਕਰਨਾ ਹੁੰਦਾ ਤਾਂ ਕਿ ਟੈਂਕ ਦੇ ਵਿੱਚ ਕਿਸੇ ਤਰ੍ਹਾਂ ਦਾ ਕਰੰਟ ਨਾ ਇੰਡਿਊਸ ਹੋਵੇ ਆਪਣੇ ਕੋਲ। ਠੀਕ ਹੈ, ਸੋ ਇਹ ਦੋ ਕੰਮ ਹੁੰਦੇ ਆ। ਸੋ ਫਸਟ ਸੀਗਾ ਆਰਕ ਕੁਇੰਚਿੰਗ ਮੀਡੀਅਮ ਤੇ ਐਕਟ ਕਰਨਾ, ਦੈਨ ਸੈਕਿੰਡ ਸੀ ਇਨਸੂਲੇਟ ਦਾ ਲਾਈਵ ਪਾਰਟ ਫਰੋਮ ਅਰਥ। ਸੋ ਇਹ ਦੇਖਿਆ ਗਿਆ ਕਿ ਜਿਹੜਾ ਆਪਾਂ ਆਰਕ ਨੂੰ ਕੁਇੰਚ ਕਰਨ ਵਾਸਤੇ ਜਿਹੜਾ ਕਿ ਆਪਣਾ ਮੇਨ ਮਕਸਦ ਆ, ਜਿਹਦੇ ਕਰਕੇ ਕਿ ਆਪਾਂ ਸਰਕਟ ਬ੍ਰੇਕਰ ਬਣਾਇਆ। ਸੋ ਸਰਕਟ ਬ੍ਰੇਕਰ ਇਸੇ ਕਰਕੇ ਬਣਾਇਆ ਨਾ ਕਿ ਜਿਹੜੀ ਆਰਕ ਪ੍ਰੋਡਿਊਸ ਹੁੰਦੀ ਆ ਕੰਟੈਕਟ ਦੇ ਅਲੱਗ ਹੋਣ ਦੇ ਉੱਪਰ, ਉਹ ਆਰਕ ਨਾ ਪ੍ਰੋਡਿਊਸ ਹੋਵੇ ਅਤੇ ਮੇਰਾ ਜਿਹੜਾ ਆ ਨੁਕਸਾਨ ਨਾ ਹੋਵੇ ਕਿਸੇ ਵੀ ਤਰ੍ਹਾਂ ਮੇਰੇ ਕੰਟੈਕਟਸ ਨੂੰ ਜਾਂ ਮੇਰੇ ਸਿਸਟਮ ਨੂੰ। ਸਿਸਟਮ ਮੇਰਾ ਜਿਹੜਾ ਆ ਉਹ ਸਹੀ ਤਰੀਕੇ ਨਾਲ ਕੰਮ ਕਰਦਾ ਰਹੇ, ਉਹਦੇ ਵਾਸਤੇ ਹੀ ਆਪਾਂ ਜਿਹੜਾ ਆ ਯੂਜ਼ ਕਰਦੇ ਹਾਂ, ਜਿਹੜਾ ਮੀਡੀਅਮ ਯੂਜ਼ ਕਰਦੇ ਹਾਂ ਵਿੱਚ। ਸੋ ਆਪਾਂ ਦੇਖਦੇ ਹਾਂ ਜਿਹੜਾ ਆਇਲ ਆਪਾਂ ਵਿੱਚ ਯੂਜ਼ ਕਰਦੇ ਹਾਂ ਉਹਦੀ ਤਾਂ ਬਹੁਤ ਹੀ ਘੱਟ ਪਰਸੈਂਟੇਜ ਜਿਹੜੀ ਆ ਨਾ ਉਹ ਯੂਟੀਲਾਈਜ਼ ਹੁੰਦੀ ਆ ਆਰਕ ਨੂੰ ਖਤਮ ਕਰਨ ਵਾਸਤੇ। ਯਾਨੀ ਕਿ ਜਿਹੜਾ ਆਪਾਂ ਟੋਟਲ ਮੰਨ ਲਓ ਆਇਲ ਯੂਜ਼ ਕੀਤਾ ਆ, ਉਹਦੇ ਵਿੱਚੋਂ ਸਿਰਫ 10% ਆਇਲ ਜਿਹੜਾ ਆ ਨਾ ਉਹੀ ਆਰਕ ਨੂੰ ਖਤਮ ਕਰਨ ਵਾਸਤੇ ਯੂਜ਼ ਹੁੰਦਾ। ਬਾਕੀ ਜਿਹੜਾ 90% ਆਇਲ ਆ ਉਹਦਾ ਤਾਂ ਕੋਈ ਵਿੱਚ ਰੋਲ ਹੀ ਨਹੀਂ ਰਹਿ ਜਾਂਦਾ। ਠੀਕ ਆ, ਹੁਣ ਮੰਨ ਲਓ 100 ਲੀਟਰ ਆਪਣੇ ਕੋਲ ਆਪਾਂ ਆਇਲ ਯੂਜ਼ ਕਰ ਲਿਆ, ਬਲਕ ਆਇਲ ਸਰਕਟ ਬ੍ਰੇਕਰ ਆ ਜਿੱਥੇ 100 ਲੀਟਰ ਆਇਲ ਆ, ਉਹਦੇ ਵਿੱਚੋਂ ਸਿਰਫ 10 ਲੀਟਰ ਆਇਲ ਜਿਹੜਾ ਆ ਆਪਣਾ ਯੂਜ਼ ਹੋ ਰਿਹਾ ਆਰਕ ਐਕਸਟਿੰਕਸ਼ਨ ਵਾਸਤੇ, ਬਾਕੀ 90 ਲੀਟਰ ਜਿਹੜਾ ਉਹ ਆਪਾਂ ਇੰਸੂਲੇਸ਼ਨ ਵਾਸਤੇ ਯੂਜ਼ ਕਰੀ ਜਾ ਰਹੇ ਹਾਂ। ਸੋ ਐਟ ਦੀ ਐਂਡ ਮੇਨ ਪੁਆਇੰਟ ਇਹ ਆ ਕਿ ਆਪਾਂ ਆਇਲ ਦੀ ਜਿਹੜੀ ਕੁਆਂਟਿਟੀ ਆ ਉਹ ਬਹੁਤ ਜ਼ਿਆਦਾ ਯੂਜ਼ ਕਰਦੇ ਹਾਂ, ਜਿਹੜੀ ਕਿ ਰਿਸਕੀ ਵੀ ਆ, ਅੱਗ ਲੱਗਣ ਦਾ ਵੀ ਖਤਰਾ, ਅਤੇ ਉਹਦੇ ਨਾਲ ਕੀ ਹੁੰਦਾ ਸਾਈਜ਼ ਵੀ ਜਿਹੜਾ ਆ ਸਰਕਟ ਬ੍ਰੇਕਰ ਦਾ ਬਹੁਤ ਜ਼ਿਆਦਾ ਵੱਧ ਜਾਂਦਾ। ਸੋ ਉਹੀ ਇੱਥੇ ਲਿਖਿਆ ਹੋਇਆ, ਇਟ ਹੈਜ਼ ਬੀਨ ਫਾਊਂਡ ਦੈਟ ਓਨਲੀ ਸਮਾਲ ਪਰਸੈਂਟੇਜ ਆਫ ਆਇਲ ਇਜ਼ ਐਕਚੁਅਲੀ ਯੂਜ਼ਡ ਫॉर ਆਰਕ ਐਕਸਟਿੰਕਸ਼ਨ while the major part is utilized for insulation purpose. For this reason the quantity of oil in bulk oil circuit breaker reaches very high figure as the system voltage increases। ਯਾਨੀ ਕਿ ਜਦੋਂ ਵੀ ਆਪਣੀ ਜਿੱਦਾਂ ਆਪਣੀ ਵੋਲਟੇਜ ਇਨਕਰੀਜ਼ ਹੁੰਦੀ ਰਹਿੰਦੀ ਆ, ਉਸ ਹਿਸਾਬ ਨਾਲ ਕੀ ਜਿਹੜਾ ਬਲਕ ਆਇਲ ਸਰਕਟ ਬ੍ਰੇਕਰ ਆ ਉਹਦੇ ਵਿੱਚ ਆਇਲ ਦੀ ਜਿਹੜੀ ਕੁਆਂਟਿਟੀ ਆ ਉਹ ਵੀ ਇਨਕਰੀਜ਼ ਹੁੰਦੀ ਰਹਿੰਦੀ ਆ। ਸੋ ਦੇਖੋ ਹੁਣ 11 kV ਦੇ ਉੱਪਰ ਜੇ ਆਪਾਂ ਬਣਾਉਣਾ ਹੋਵੇ ਤਾਂ ਆਪਣਾ ਕਿੰਨਾ ਵੱਡਾ ਜਿਹੜਾ ਆ ਬਲਕ ਆਇਲ ਸਰਕਟ ਬ੍ਰੇਕਰ ਜਿਹੜਾ ਉੱਥੇ ਲੱਗ ਜਾਣਾ। ਠੀਕ ਆ, ਸੋ ਕੀ ਆ ਆਇਲ ਵੀ ਵੱਧ ਜਾਣਾ ਉਹਦੇ ਵਿੱਚ। ਠੀਕ ਆ, ਅਤੇ ਉਹਦਾ ਜੇ ਆਇਲ ਵਧਿਆ ਤਾਂ ਓਬਵੀਅਸ ਜੀ ਗੱਲ ਆ ਕਿ ਉਹਦਾ ਸਾਈਜ਼ ਵੀ ਜਿਹੜਾ ਟੈਂਕ ਦਾ ਵੀ ਸਾਈਜ਼ ਜਿਹੜਾ ਆ ਇਨਕਰੀਜ਼ ਹੋਣਾ ਹੀ ਹੋਣਾ। ਸੋ ਸਿਰਫ ਕਹਿੰਦਾ ਦਿਸ ਇਜ਼ ਨਾਟ ਓਨਲੀ ਇਨਕਰੀਜ਼ ਦਾ ਐਕਸਪੈਂਸਿਸ ਟੈਂਕ ਸਾਈਜ਼, ਯਾਨੀ ਕਿ ਸਿਰਫ ਟੈਂਕ ਦਾ ਸਾਈਜ਼ ਹੀ ਨਹੀਂ ਇਨਕਰੀਜ਼ ਹੋਣਾ, ਇਹਨੇ ਕੀ ਕਰਨਾ ਜਿਹੜਾ ਸਰਕਟ ਬ੍ਰੇਕਰ ਆ ਉਹਦਾ ਵੇਟ ਵੀ ਇਨਕਰੀਜ਼ ਕਰ ਦੇਣਾ। ਵੇਟ ਵੀ ਇਨਕਰੀਜ਼ ਕਰ ਦੇਣਾ ਅਤੇ ਨਾਲ ਦੀ ਨਾਲ ਫਾਇਰ ਜਾਂ ਅੱਗ ਲੱਗਣ ਦਾ ਖਤਰਾ ਵੀ ਆਪਣੇ ਕੋਲ ਵੱਧ ਜਾਣਾ ਅਤੇ ਮੇਨਟੇਨੈਂਸ 'ਚ ਵੀ ਪ੍ਰੋਬਲਮ। ਸੋ ਦੇਖੋ ਬਲਕ ਆਇਲ ਸਰਕਟ ਬ੍ਰੇਕਰ 'ਚ ਕਿੰਨੀਆਂ ਆਪਣੇ ਕੋਲ ਪ੍ਰੋਬਲਮਸ ਆਉਂਦੀਆਂ। ਸਭ ਤੋਂ ਪਹਿਲਾਂ ਤਾਂ ਜਿੰਨੀ ਵੋਲਟੇਜ ਆਪਾਂ ਵਧਾਵਾਂਗੇ ਉਨਾ ਹੀ ਆਪਾਂ ਨੂੰ ਜ਼ਿਆਦਾ ਆਇਲ ਯੂਜ਼ ਕਰਨਾ ਪੈਣਾ। ਜਿੰਨਾ ਜ਼ਿਆਦਾ ਆਇਲ ਯੂਜ਼ ਕਰਾਂਗੇ ਉਹਦੇ ਨਾਲ ਟੈਂਕ ਦਾ ਸਾਈਜ਼ ਵੀ ਵੱਧ ਜਾਣਾ, ਟੈਂਕ ਦਾ ਸਾਈਜ਼ ਵੱਧ ਗਿਆ, ਆਇਲ ਵੱਧ ਗਿਆ, ਟੋਟਲ ਓਵਰਆਲ ਵੇਟ ਵੱਧ ਜਾਣਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਲੀਡ ਕੀ ਕਰਦੀਆਂ, ਆਇਲ ਜਿਹੜਾ ਉਹ ਇਨਫਲੇਮੇਬਲ ਹੁੰਦਾ, ਸੋ ਉਹਦੇ ਨਾਲ ਅੱਗ ਲੱਗਣ ਦਾ ਵੀ ਖਤਰਾ ਆ। ਅਤੇ ਜਿੰਨਾ ਜ਼ਿਆਦਾ ਆਇਲ ਹੋਊਗਾ ਉਨਾ ਹੀ ਜ਼ਿਆਦਾ ਆਪਾਂ ਨੂੰ ਕੀ ਆ ਉਹਦੀ ਮੇਨਟੇਨੈਂਸ ਵੀ ਕਰਨੀ ਪਊਗੀ, ਆਇਲ ਨੂੰ ਚੇਂਜ ਕਰਨਾ ਪਊਗਾ, ਟਾਈਮ ਟੂ ਟਾਈਮ ਉਹਨੂੰ ਚੈੱਕ ਕਰਨਾ ਪਊਗਾ, ਦੇਖਣਾ ਪਊਗਾ ਉਹਦੇ ਵਿੱਚ ਮੋਇਸਚਰ ਹੈ ਇੱਕ ਦੀ ਜਿਹੜੀ ਵੈਲਿਊ ਆ ਉਹ ਲਿਮਿਟ ਤੋਂ ਵੱਧ ਤਾਂ ਨਹੀਂ ਹੋਗੀ। ਠੀਕ ਆ, ਸੋ ਉਹਦੇ ਵਿੱਚ ਮੇਨਟੇਨੈਂਸ ਪ੍ਰੋਬਲਮਸ ਵੀ ਆ ਜਾਂਦੀਆਂ। ਸੋ ਇਹੀ ਜਿਹੜੀਆਂ ਡਿਸਐਡਵਾਂਟੇਜਸ ਸੀਗੀਆਂ ਇਹਨਾਂ ਨੂੰ ਦੂਰ ਕਰਨ ਵਾਸਤੇ ਹੀ ਆਪਾਂ ਕਿਸੇ ਮਿਨੀਮਮ ਆਇਲ ਸਰਕਟ ਬ੍ਰੇਕਰ ਜਿਹਨੂੰ ਆਪਾਂ ਲੋ ਆਇਲ ਸਰਕਟ ਬ੍ਰੇਕਰ ਵੀ ਕਹਿੰਦੇ ਆ, ਇਹ ਆਪਾਂ ਇੰਟਰੋਡਿਊਸ ਕੀਤਾ ਸੀ। ਸੋ ਨੈਕਸਟ ਕੀ ਕਹਿ ਰਹੇ ਹਾਂ ਆਪਾਂ ਕਿ the fact that only small percentage of about 10% of total in bulk oil circuit breaker used for arc extinction leads to the question to why the remainder of oil that is not immediately surrounding the device should not be omitted with the consequent and saving in bulk weight and fire risk। ਯਾਨੀ ਕਿ ਆਪਾਂ ਸਿਰਫ 10% ਅਮਾਊਂਟ ਜਿਹੜਾ ਆ ਉਹ ਯੂਜ਼ ਕਰਦੇ ਹਾਂ ਬਲਕ ਆਇਲ ਸਰਕਟ ਬ੍ਰੇਕਰ ਦੇ ਵਿੱਚ ਆਰਕ ਨੂੰ ਖਤਮ ਕਰਨ ਵਾਸਤੇ। ਸੋ ਫਿਰ ਕਿਉਂ ਆਪਾਂ ਜਿਹੜਾ ਆ ਇੰਨਾ ਆਇਲ ਯੂਜ਼ ਕਰਕੇ ਜਿਹੜਾ ਵੇਟ ਵਧਾ ਰਹੇ ਹਾਂ, ਅੱਗ ਲੱਗਣ ਦਾ ਖਤਰਾ ਵਧਾ ਰਹੇ ਹਾਂ। ਸੋ ਇਹੀ ਜਿਹੜੀਆਂ ਡਿਸਐਡਵਾਂਟੇਜ ਇਹਨੂੰ ਦੂਰ ਕਰਨ ਵਾਸਤੇ ਆਪਾਂ ਕੀ ਕੀਤਾ, ਅੱਗੇ ਡਿਵੈਲਪ ਕੀਤਾ ਸੀ ਲੋ ਆਇਲ ਸਰਕਟ ਬ੍ਰੇਕਰ। ਸੋ ਲੋ ਆਇਲ ਸਰਕਟ ਬ੍ਰੇਕਰ ਦੇ ਵਿੱਚ ਕੀ ਹੁੰਦਾ, ਆਪਾਂ ਇੰਸੂਲੇਸ਼ਨ ਪਰਪਸ ਵਾਸਤੇ ਸੋਲਿਡ ਮਟੀਰੀਅਲ ਯੂਜ਼ ਕਰਦੇ ਹਾਂ। ਸੋ ਲੋ ਆਇਲ ਸਰਕਟ ਬ੍ਰੇਕਰ employs solid material for insulation purpose and uses a small quantity of oil which is just sufficient for arc extinction। ਯਾਨੀ ਕਿ ਇੰਸੂਲੇਸ਼ਨ ਪਰਪਸ ਵਾਸਤੇ ਆਪਾਂ ਕੀ ਕਰਦੇ ਹਾਂ, ਕੋਈ ਹੋਰ ਸੋਲਿਡ ਮਟੀਰੀਅਲ ਯੂਜ਼ ਕਰ ਦਿੰਦੇ ਹਾਂ ਜਿਵੇਂ ਪੋਰਸਲਿਨ, ਸਿਰਾਮਿਕ, ਅਤੇ ਜਿੱਦਾਂ ਆਰਕ ਕੁਇੰਚਿੰਗ ਜਿਹੜੀ ਆ ਉਹਦੇ ਵਾਸਤੇ ਆਪਾਂ ਕੀ ਕਰਦੇ ਹਾਂ, ਜਾਂ ਆਰਕ ਨੂੰ ਖਤਮ ਕਰਨ ਵਾਸਤੇ ਆਪਾਂ ਕੀ ਆ ਸਮੋਲ ਕੁਆਂਟਿਟੀ ਦੇ ਵਿੱਚ ਆਇਲ ਜਿਹੜਾ ਹੁੰਦਾ ਉਹਨੂੰ ਯੂਜ਼ ਕਰ ਲੈਂਦੇ ਹਾਂ।
ਨੈਕਸਟ ਕੰਸਟਰਕਸ਼ਨ ਆਪਾਂ ਪੜ੍ਹਦੇ ਹਾਂ ਕਿ ਮਿਨੀਮਮ ਵਾਲ ਸਰਕਟ ਬ੍ਰੇਕਰ ਜਿਹੜਾ ਹੁੰਦਾ ਇਹਦੇ ਵਿੱਚ ਕੀ ਚੀਜ਼ਾਂ ਹੁੰਦੀਆਂ ਕੰਸਟਰਕਸ਼ਨਲ ਪੁਆਇੰਟ ਆਫ ਵਿਊ ਤੋਂ। ਸੋ ਜਿੱਦਾਂ ਕਿ ਇਹਦਾ ਨਾਮ ਹੀ ਆ ਮਿਨੀਮਮ ਆਇਲ ਸਰਕਟ ਬ੍ਰੇਕਰ, ਇਹਦੇ ਵਿੱਚ ਆਪਾਂ ਕੀ ਕਰਾਂਗੇ, ਬਹੁਤ ਘੱਟ ਕੁਆਂਟੀਟੀ ਦੇ ਵਿੱਚ ਕੀ ਕਰਾਂਗੇ, ਆਇਲ ਨੂੰ ਯੂਜ਼ ਕਰਦੇ ਆ ਜਿਹੜਾ ਕਿ ਸਫੀਸ਼ੀਐਂਟ ਹੋਵੇ ਆਰਕ ਨੂੰ ਖਤਮ ਕਰਨ ਵਾਸਤੇ। ਸੋ ਕੰਸਟਰਕਸ਼ਨ ਆ ਦੇਖੋ, ਇਹ ਆ ਮੇਰੇ ਕੋਲ ਕੀ ਹੈ, ਇੱਕ ਮਿਨੀਮਮ ਆਇਲ ਸਰਕਟ ਬ੍ਰੇਕਰ ਆ ਜਿਹਦੇ ਆ ਦੇਖੋ ਆਊਟਰ ਸਰਫੇਸ ਤੇ ਆਪਾਂ ਕੀ ਕੀਤਾ ਹੋਇਆ, ਸਾਰਾ ਪੋਰਸਲੀਨ ਮਟੀਰੀਅਲ ਨੂੰ ਯੂਜ਼ ਕੀਤਾ ਹੋਇਆ, ਸਾਰਾ ਪੋਰਸਲੀਨ ਮਟੀਰੀਅਲ ਆਊਟਰ ਸਰਫੇਸ ਤੇ। ਪੋਰਸਲੀਨ ਮਟੀਰੀਅਲ ਜਿਹੜਾ ਹੁੰਦਾ ਸੇਮ ਹੀ ਮਟੀਰੀਅਲ ਹੁੰਦਾ ਜਿਹਦੇ ਨਾਲ ਆਪਾਂ ਆਪਣੇ ਇਨਸੂਲੇਟਰਸ ਨੂੰ ਵੀ ਬਣਾਉਂਦੇ ਆ। ਤੁਸੀਂ ਦੇਖੋ ਬਰਾਊਨ, ਡਾਰਕ ਬਰਾਊਨ ਕਲਰ ਦੇ ਸ਼ਾਈਨੀ ਜਿਹੇ ਸਰਫੇਸ ਹੁੰਦੇ ਆ ਜਿਨ੍ਹਾਂ ਦੇ ਆਪਣੇ ਟਰਾਂਸਮਿਸ਼ਨ ਲਾਈਨ ਦੇ ਉੱਪਰ ਲੱਗੇ ਹੁੰਦੇ ਆ, ਕਾਫੀ ਤਰ੍ਹਾਂ ਦੇ ਹੁੰਦੇ ਆ ਇਨਸੂਲੇਟਰ। ਸੋ ਉਹ ਜਿਸ ਮਟੀਰੀਅਲ ਦੇ ਬਣਦੇ ਉਸੇ ਮਟੀਰੀਅਲ ਦੇ ਆਪਾਂ ਆਊਟਰ ਸਰਫੇਸ ਜਿਹੜਾ ਹੁੰਦਾ ਉਹ ਬਣਾਇਆ ਹੁੰਦਾ। ਸੋ ਤਿੰਨ ਜਿਹੜੇ ਹੁੰਦੇ ਆ ਇਹਦੇ ਵਿੱਚ ਬੇਸਿਕ ਪਾਰਟਸ ਹੁੰਦੇ ਆ। ਸਭ ਤੋਂ ਪਹਿਲਾ ਪਾਰਟ ਹੁੰਦਾ ਸਪੋਰਟਿੰਗ ਔਰ ਲੋਅਰ ਚੈਂਬਰ। ਸੋ ਇਹ ਆ ਦੇਖੋ, ਆ ਥੱਲੇ ਜਿਹੜਾ ਇੰਨਾ ਪਾਰਟ ਆ ਇਹਦਾ, ਇਹ ਕੀ ਆ ਮੇਰੇ ਕੋਲ, ਸਪੋਰਟਿੰਗ ਚੈਂਬਰ ਆ। ਸੋ ਸਪੋਰਟਿੰਗ ਚੈਂਬਰ ਜਿਹੜਾ ਹੁੰਦਾ ਇਹਨੂੰ ਆਪਾਂ ਆਇਲ ਦੇ ਨਾਲ ਫਿਲ ਕੀਤਾ ਹੁੰਦਾ, ਤੇ ਇਹ ਕੀ ਕਰਦਾ ਆ, ਜਿਹੜਾ ਥੱਲੇ ਵਾਲਾ ਪਾਰਟ ਆ ਯਾਨੀ ਕਿ ਆਪਰੇਟਿੰਗ ਰੋਡ ਤੇ ਬਾਕੀ ਜਿਹੜਾ ਪਾਰਟ ਹੈ ਇਹਦੇ ਸਾਰੇ, ਇਹਨੂੰ ਕੀ ਕਰਦਾ ਆ, ਇਨਸੂਲੇਟ ਕਰਦਾ ਆ ਉੱਪਰਲੇ ਲਾਈਵ ਪਾਰਟਸ ਤੋਂ। ਠੀਕ ਆ, ਦੇਖੋ ਉੱਪਰ ਵਾਲਾ ਜਿਹੜਾ ਪਾਰਟ ਹੈ ਇਹਦੇ ਵਿੱਚ ਫਿਕਸ ਤੇ ਮੂਵਿੰਗ ਕੰਟੈਕਟ ਆ। ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਇੱਕ ਕੰਟੈਕਟ ਹਮੇਸ਼ਾ ਫਿਕਸ ਹੋਊਗਾ, ਇੱਕ ਮੂਵਿੰਗ ਹੋਊਗਾ। ਕਿਤੇ ਵਿੱਚ ਜਿੰਨੇ ਵੀ ਸਰਕਟ ਬ੍ਰੇਕਰ ਆ ਸਾਰਿਆਂ ਦੇ ਵਿੱਚ ਇੱਦਾਂ ਹੀ ਹੁੰਦਾ, ਇੱਕ ਫਿਕਸਡ ਕੰਟੈਕਟ ਹੋਊਗਾ, ਇੱਕ ਹੋਊਗਾ ਮੂਵਿੰਗ ਕੰਟੈਕਟ। ਤੇ ਜਿਹੜਾ ਮੂਵਿੰਗ ਕੰਟੈਕਟ ਹੁੰਦਾ ਉਹ ਹਮੇਸ਼ਾ ਅੱਗੇ ਕਿਸੇ ਜਿਹੜੇ ਆ ਰਿਲੇ ਮੈਕੈਨਿਜ਼ਮ ਦੇ ਨਾਲ ਲੱਗਾ ਹੁੰਦਾ ਜਾਂ ਟ੍ਰਿਪ ਮੈਕੈਨਿਜ਼ਮ ਨਾਲ ਲੱਗਾ ਹੁੰਦਾ ਜਿਹੜਾ ਕਿ ਓਪਨ ਹੁੰਦਾ। ਸੇਮ ਇੱਥੇ ਜਿਹੜਾ ਸਪੋਰਟਿੰਗ ਚੈਂਬਰ ਆ ਦੇਖੋ, ਇਹ ਜਿਹੜਾ ਹੁੰਦਾ ਇਹਦੇ ਵਿੱਚ ਆਪਣੀ ਆਪਰੇਟਿੰਗ ਰੋਡ ਲੱਗੀ ਹੁੰਦੀ ਹੈ ਤੇ ਡਰੇਨ ਵਾਲਵ ਲੱਗਾ ਹੁੰਦਾ। ਆਪਰੇਟਿੰਗ ਰੋਡ ਜਿਹੜੀ ਆ ਦੇਖੋ ਇੱਥੇ ਅੱਗੇ ਪਲੰਜਰ ਨਾਲ ਅੱਗੇ ਅਟੈਚ ਹੈਗੀ ਹੈ, ਇੱਥੇ ਮੂਵੇਬਲ ਇੱਕ ਪੁਆਇੰਟ ਤੇ ਪਿਵਟਡ ਆ ਇਹ। ਸੋ ਇਹ ਅੱਗੇ ਕੀ ਹੈ, ਇਹ ਅੱਗੇ ਰਿਲੇ ਦੇ ਨਾਲ ਕਨੈਕਟਡ ਹੁੰਦੀ ਹੈ ਜਾਂ ਟ੍ਰਿਪ ਕੋਇਲ ਦੇ ਨਾਲ ਆਪਾਂ ਕਹਿ ਸਕਦੇ ਕਨੈਕਟਡ ਹੁੰਦੀ ਆ। ਸੋ ਜਦੋਂ ਵੀ ਕੋਈ ਫਾਲਟ ਆਉਂਦਾ ਨਾ ਇਹ ਤੇ ਉਹਨੂੰ ਰਿਲੇ ਨੂੰ ਸਿਗਨਲ ਮਿਲਦਾ। ਸੋ ਰਿਲੇ ਕੀ ਕਰਦੀ ਹੈ, ਇਹ ਜਿਹੜਾ ਮੂਵਮੈਂਟ ਹੁੰਦੀ ਹੈ ਜਾਂ ਇੱਕ ਸਪਿੰਡਲ ਆ ਇੱਕ ਤਰ੍ਹਾਂ ਦੀ ਜਿਹਦੇ ਨਾਲ ਅੱਗੇ ਆਪਰੇਟਿੰਗ ਰੋਡ ਕਨੈਕਟਡ ਆ, ਸੋ ਇਹਨੂੰ ਕੀ ਕਰਦੀ ਆ, ਉਹ ਮੂਵ ਕਰਵਾ ਦਿੰਦੀ ਆ ਤੇ ਜਿਹੜੇ ਕੰਟੈਕਟ ਹੁੰਦੇ ਇੱਕ ਦੂਜੇ ਤੋਂ ਇਹ ਅਲੱਗ ਹੋ ਜਾਂਦੇ ਆ। ਫਿਲਹਾਲ ਅਲੱਗ ਹੀ ਆ, ਓਪਨ ਆ। ਜਦੋਂ ਇਹ ਕੰਟੈਕਟ ਜਦੋਂ ਸਿਸਟਮ ਮੇਰਾ ਚੱਲਦਾ ਹੋਊਗਾ ਸਹੀ ਤਰੀਕੇ ਨਾਲ, ਉਦੋਂ ਇਹ ਮੂਵਿੰਗ ਕੰਟੈਕਟ ਤੇ ਫਿਕਸਡ ਕੰਟੈਕਟ ਇਹ ਦੋਨੋਂ ਇੱਕ ਦੂਜੇ ਨਾਲ ਜੁੜੇ ਹੋਣਗੇ। ਸੋ ਇਹ ਮੇਰੇ ਕੋਲ ਹੈਗਾ ਆਪਣੇ ਕੋਲ ਸਪੋਰਟਿੰਗ ਜਾਂ ਲੋਅਰ ਚੈਂਬਰ। ਬਾਹਰਲਾ ਹਿੱਸਾ ਇਹਦਾ ਵੀ ਪੋਰਸਲੀਨ ਮਟੀਰੀਅਲ ਦਾ ਹੀ ਬਣਿਆ ਹੁੰਦਾ, ਤੇ ਜਿਹੜੀ ਆਹ ਆਪਰੇਟਿੰਗ ਰੋਡ ਹੁੰਦੀ ਫ੍ਰੀਲੀ ਮੂਵ ਕਰਦੀ ਆ, ਇਹ ਫ੍ਰੀਲੀ ਮੂਵ ਕਰਦੀ ਹੈ ਇਹਦੇ ਵਿੱਚ ਸਪੋਰਟਿੰਗ ਚੈਂਬਰ 'ਚ। ਨੈਕਸਟ ਆਉਂਦਾ ਸਰਕਟ ਬ੍ਰੇਕਰ ਚੈਂਬਰ। ਸੋ ਨਾਮ ਸਰਕਟ ਬ੍ਰੇਕਰ ਚੈਂਬਰ ਜਿਹੜਾ ਇਹ ਚੈਂਬਰ ਹੋਊਗਾ ਇਹ ਮੇਨ ਚੈਂਬਰ ਹੋਊਗਾ। ਇਹਦੇ ਵਿੱਚ ਵੀ ਕੀ ਹੋਊਗਾ, ਆਊਟਰ ਸਰਫੇਸ ਤੇ ਕੀ ਹੈ ਮੇਰੇ ਕੋਲ ਪੋਰਸਲੀਨ ਜਿਹੜਾ ਮਟੀਰੀਅਲ ਆਪਾਂ ਯੂਜ਼ ਕੀਤਾ ਹੋਇਆ ਯਾਨੀ ਕਿ ਪੋਰਸਲੀਨ ਦਾ ਇਨਕਲੋਜ਼ਰ ਆ। ਤੇ ਇਹਦੇ ਵਿੱਚ ਆਪਣੇ ਕੋਲ ਅਪਰ ਤੇ ਫਿਕਸਡ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਅਪਰ ਜਾਂ ਲੋਅਰ ਜਾਂ ਫਿਕਸਡ ਜਾਂ ਮੂਵਿੰਗ ਕੰਟੈਕਟ ਹੁੰਦੇ ਆ। ਸੋ ਅਪਰ ਜਿਹੜਾ ਕੰਟੈਕਟ ਆ ਮੇਰੇ ਕੋਲ ਉਹ ਕੀ ਆ, ਫਿਕਸਡ ਕੰਟੈਕਟ ਆ, ਤੇ ਲੋਅਰ ਕੰਟੈਕਟ ਜਿਹੜਾ ਆ ਉਹ ਮੇਰੇ ਕੋਲ ਕੀ ਆ, ਮੂਵਿੰਗ ਕੰਟੈਕਟ ਆ। ਸੋ ਦੋ ਮੇਰੇ ਕੋਲ ਇੱਥੇ ਕੰਟੈਕਟ ਹੁੰਦੇ ਆ, ਫਿਕਸਡ ਤੇ ਮੂਵਿੰਗ ਕੰਟੈਕਟ। ਇਹ ਵੀ ਸਰਕਟ ਬ੍ਰੇਕਰ ਚੈਂਬਰ 'ਚ ਹੀ ਹੁੰਦੇ ਆ। ਬਾਕੀ ਆਰਕ ਐਕਸਟੈਂਸ਼ਨ ਚੈਂਬਰ ਹੁੰਦਾ ਜਾਂ ਆਰਕ ਐਕਸਟੈਂਸ਼ਨ ਡਿਵਾਈਸ ਲਿਖਿਆ ਹੋਇਆ, ਇਹਨੂੰ ਚੈਂਬਰ ਵੀ ਕਹਿ ਸਕਦੇ ਆ ਤੁਸੀਂ। ਠੀਕ ਹੈ, ਸੋ ਇਹਦੇ ਵਿੱਚ ਹੀ ਮੇਨ ਜਿਹੜੀ ਵੀ ਆਪਣੀ ਆਰਕ ਪ੍ਰੋਡਿਊਸ ਹੋਣੀ ਹੁੰਦੀ ਉਹ ਇਸੇ ਚੈਂਬਰ ਦੇ ਵਿੱਚ ਹੁੰਦੀ ਆ। ਠੀਕ ਹੈ, ਸਰਕਟ ਬ੍ਰੇਕਰ ਚੈਂਬਰ ਦੇ ਵਿੱਚ। ਸੋ ਦੋਨੋਂ ਕੰਟੈਕਟ ਨਾਰਮਲ ਕੰਡੀਸ਼ਨ 'ਚ ਆਪਸ ਵਿੱਚ ਜੁੜੇ ਹੋਣਗੇ। ਜਦੋਂ ਅਲੱਗ ਹੋਣਗੇ ਕੰਟੈਕਟ, ਜਿਹੜਾ ਮੂਵਿੰਗ ਕੰਟੈਕਟ ਆ ਇਹ ਕੀ ਹੋਊਗਾ, ਮੂਵ ਕਰੂਗਾ, ਥੱਲੇ ਨੂੰ ਮੂਵ ਕਰੂਗਾ। ਸੋ ਜਦੋਂ ਇਹਨੇ ਥੱਲੇ ਨੂੰ ਮੂਵ ਕੀਤਾ ਤਾਂ ਜਿਹੜੀ ਇਹਦੀ ਜਗ੍ਹਾ ਖਾਲੀ ਹੋਣੀ ਆ ਉਹ ਕੀ ਹੋਣਾ, ਜਲਦੀ ਤੋਂ ਜਲਦੀ ਜਿਹੜਾ ਆਇਲ ਨੇ ਉਸ ਜਗ੍ਹਾ ਨੂੰ ਫਿਲ ਕਰ ਦੇਣਾ, ਜਿਹਦੇ ਕਰਕੇ ਆਰਕ ਜਿਹੜੀ ਹੋਊਗੀ ਮੇਰੀ ਉੱਥੇ ਐਕਸਟਿੰਗੁਇਸ਼ ਹੋ ਜਾਣੀ ਹੈ ਜਾਂ ਖਤਮ ਹੋ ਜਾਣੀ ਹੈ। ਤਾਂ ਇਹ ਹੁੰਦਾ ਮੇਰਾ ਸਰਕਟ ਬ੍ਰੇਕਰ ਚੈਂਬਰ ਦਾ। ਸਭ ਤੋਂ ਮੇਨ ਚੈਂਬਰ ਜਿਹੜਾ ਹੁੰਦਾ ਮੇਰਾ ਇਹੀ ਚੈਂਬਰ ਹੁੰਦਾ, ਇਹਦੇ ਵਿੱਚ ਹੀ ਸਾਰੀ ਵਰਕਿੰਗ ਜਿਹੜੀ ਹੁੰਦੀ ਆ ਪਰਫਾਰਮ ਹੁੰਦੀ ਹੈ। ਨੈਕਸਟ ਮੇਰੇ ਕੋਲ ਲਾਸਟ ਆਉਂਦਾ ਟੌਪ ਚੈਂਬਰ। ਸੋ ਜਿਹੜਾ ਟੌਪ ਚੈਂਬਰ ਹੁੰਦਾ ਇਹ ਮੈਟਲ ਦਾ ਚੈਂਬਰ ਹੁੰਦਾ। ਦੇਖੋ ਪੋਰਸਲੀਨ ਜਿਹੜੀ ਆ ਉਹ ਜਿਹੜੀ ਆ ਇੱਥੇ ਤੱਕ ਹੀ ਹੁੰਦੀ ਆ ਮੇਰੇ ਕੋਲ, ਪੋਰਸਲੀਨ ਥੱਲੇ ਸ਼ੁਰੂ ਹੋ ਕੇ ਸਿਰਫ ਇੱਥੇ ਤੱਕ ਆ ਪੋਰਸਲੀਨ। ਉਸ ਤੋਂ ਬਾਅਦ ਆ ਉੱਪਰ ਕੀ ਆ ਮੇਰੇ ਕੋਲ ਮੈਟਲ ਆ ਜਾਂਦਾ ਆ। ਠੀਕ ਆ, ਸੋ ਇਹ ਮੈਟਲ ਦਾ ਚੈਂਬਰ ਹੁੰਦਾ। ਇਹਦੇ ਵਿੱਚ ਨਾ ਖਾਲੀ ਜਗ੍ਹਾ ਜ਼ਿਆਦਾ ਹੁੰਦੀ ਹੈ, ਯਾਨੀ ਕਿ ਟੌਪ ਚੈਂਬਰ ਹੁੰਦਾ ਇਹਦੇ ਵਿੱਚ ਖਾਲੀ ਜਗ੍ਹਾ ਜ਼ਿਆਦਾ ਹੁੰਦੀ ਹੈ। ਕਿਉਂ ਖਾਲੀ ਹੁੰਦੀ ਹੈ, ਆਇਲ ਦੀ ਐਕਸਪੈਂਸ਼ਨ ਵਾਸਤੇ। ਯਾਨੀ ਕਿ ਜਦੋਂ ਆਇਲ ਗਰਮ ਹੋ ਜਾਵੇ, ਗਰਮ ਹੋ ਕੇ ਆਇਲ ਨੇ ਫੈਲਣਾ ਹੁੰਦਾ ਨਾ, ਸੋ ਉਹ ਫੈਲਣ ਵਾਸਤੇ ਜਿਹੜੀ ਆ ਇਹ ਜਗ੍ਹਾ ਛੱਡੀ ਹੁੰਦੀ ਹੈ ਤਾਂ ਕਿ ਆਇਲ ਫੈਲ ਕੇ ਉੱਪਰ ਹੀ ਜਾਵੇ, ਬਾਹਰ ਨਾ ਆਵੇ ਸਰਕਟ ਬ੍ਰੇਕਰ 'ਚੋਂ। ਬਾਕੀ ਇਹਦੇ ਵਿੱਚ ਦੋ ਚੀਜ਼ਾਂ ਹੋਰ ਹੁੰਦੀਆਂ ਆਪਣੇ ਕੋਲ, ਉਹ ਹੁੰਦੀਆਂ ਇੱਕ ਤਾਂ ਗੈਸ ਵੈਂਟ ਹੁੰਦਾ ਆ। ਠੀਕ ਆ, ਕਿਉਂਕਿ ਜਦੋਂ ਵੀ ਦੇਖੋ ਆਰਕ ਪ੍ਰੋਡਿਊਸ ਨਹੀਂ, ਤੁਹਾਨੂੰ ਦੱਸਿਆ ਸੀ ਕਿ ਹਾਈਡਰੋਜਨ ਗੈਸ ਪ੍ਰੋਡਿਊਸ ਹੁੰਦੀ ਹੈ ਉਹਦੇ ਵਿੱਚ। ਸੋ ਜਿਹੜੀ ਗੈਸ ਪ੍ਰੋਡਿਊਸ ਹੁੰਦੀ ਆ ਉਹ ਹਮੇਸ਼ਾ ਲਿਕੁਇਡ ਨਾਲੋਂ ਗੈਸ ਜਿਹੜੀ ਹੁੰਦੀ ਉਹ ਹਲਕੀ ਹੁੰਦੀ ਆ। ਸੋ ਜਿਹੜੀ ਗੈਸ ਪ੍ਰੋਡਿਊਸ ਹੋਈ ਆ ਉਹਨੇ ਕੀ ਕਰਨਾ, ਆਇਲ ਦੇ ਥਰੂ ਕੀ ਆ ਉੱਪਰ ਆਉਣਾ। ਜੇ ਗੈਸ ਵੈਂਟ ਨਾ ਹੋਊਗਾ ਤਾਂ ਉੱਪਰ ਇੱਥੇ ਗੈਸ ਸਾਰੀ ਇਕੱਠੀ ਹੋ ਜਾਣੀ ਤੇ ਇੱਕ ਪੁਆਇੰਟ 'ਤੇ ਆ ਕੇ ਉਹਨੇ ਕੀ ਕਰਨਾ, ਬੋਡੀ ਨੂੰ ਡੈਮੇਜ ਕਰ ਦੇਣਾ। ਠੀਕ ਆ, ਕਿਉਂਕਿ ਪ੍ਰੈਸ਼ਰ ਅੰਦਰ ਇੰਨਾ ਬਣ ਜਾਣਾ ਜੇ ਗੈਸ ਇਕੱਠੀ ਹੋਊਗੀ। ਸੋ ਇਸ ਕਰਕੇ ਗੈਸ ਵੈਂਟ ਲਗਾਇਆ ਹੁੰਦਾ ਤਾਂ ਕਿ ਜਿਹੜੀ ਗੈਸ ਪ੍ਰੋਡਿਊਸ ਹੋਈ ਹੈ ਨਾ ਉਹ ਸਰਕਟ ਬ੍ਰੇਕਰ ਦੇ ਵਿੱਚ ਹੀ ਨਾ ਰਹਿ ਜਾਵੇ, ਉਹ ਸਰਕਟ ਬ੍ਰੇਕਰ ਤੋਂ ਗੈਸ ਵੈਂਟ ਦੇ ਥਰੂ ਬਾਹਰ ਚਲੀ ਜਾਵੇ।
ਉਹਦੇ ਨਾਲ ਹੀ ਟੌਪ ਚੈਂਬਰ ਦੇ ਵਿੱਚ ਬਰੀਦਰ ਵੀ ਲੱਗਾ ਹੁੰਦਾ। ਬਰੀਦਰ ਦਾ ਸੇਮ ਵਰਕ ਹੀ ਆ, ਜੇ ਤੁਸੀਂ ਟਰਾਂਸਫਾਰਮਰ ਪੜ੍ਹਿਆ ਹੋਊਗਾ ਉੱਥੇ ਵੀ ਬਰੀਦਰ ਆਪਾਂ ਜਿਹੜਾ ਪੜ੍ਹਿਆ ਸੀਗਾ, ਤੁਹਾਨੂੰ ਮੈਂ ਦਿਖਾਇਆ ਵੀ ਸੀਗਾ ਬਰੀਦਰ ਐਕਚੁਅਲ ਦੇ ਵਿੱਚ ਵੀ। ਸੋ ਬਰੀਦਰ ਜਿਹੜਾ ਹੁੰਦਾ ਹੈ, ਬਰੀਦਿੰਗ ਦਾ ਕੀ ਮਤਲਬ ਹੁੰਦਾ, ਸਾਹ ਲੈਣਾ, ਠੀਕ ਆ। ਸੋ ਬਰੀਦਰ ਵੀ ਜਿਹੜਾ ਹੁੰਦਾ ਇੱਕ ਤਰ੍ਹਾਂ ਟਰਾਂਸਫਾਰਮਰ ਦੇ ਵਿੱਚ ਵੀ ਲੱਗਾ ਹੁੰਦਾ ਜਾਂ ਫਿਰ ਆਇਲ ਸਰਕਟ ਬ੍ਰੇਕਰ 'ਚ ਵੀ ਲੱਗਾ, ਇਹ ਸਾਹ ਲੈਣ ਦਾ ਹੀ ਕੰਮ ਕਰਦਾ। ਬਿਕੋਜ਼ ਦੇਖੋ ਜਦੋਂ ਆਇਲ ਨੇ ਐਕਸਪੈਂਡ ਹੋਣਾ, ਜਿਹੜੀ ਇੱਥੇ ਹਵਾ ਆ ਉਹ ਹਵਾ ਕੀ ਆ, ਬਰੀਦਰ ਦੇ ਥਰੂ ਬਾਹਰ ਚਲ ਜਾਣੀ ਹੈ, ਠੀਕ ਆ। ਤੇ ਜਦੋਂ ਜਿਹੜਾ ਆ ਆਇਲ ਜਿਹੜਾ ਆ ਉਹਨੇ ਫਿਰ ਦੁਬਾਰਾ ਵਾਪਸ ਆਪਣੀ ਪੋਜੀਸ਼ਨ 'ਚ, ਉਸ ਟਾਈਮ 'ਤੇ ਕੀ ਹੋਣਾ ਹੈ, ਜਿੱਦਾਂ ਮੰਨ ਲਓ ਇੱਥੇ ਆਇਲ ਦਾ ਲੈਵਲ ਇੱਥੇ ਆ, ਹੁਣ ਕੀ ਹੋਇਆ, ਗੈਸ ਜਿਹੜੀ ਆ ਬਾਹਰ ਆਈ। ਜਦੋਂ ਆਇਲ ਜਿਹੜਾ ਠੰਡਾ ਹੋ ਗਿਆ, ਠੰਡਾ ਹੋ ਕੇ ਆਇਲ ਜਿਹੜਾ ਆਇਲ ਦਾ ਲੈਵਲ ਇੱਥੇ ਆ ਗਿਆ, ਠੀਕ ਆ। ਅਤੇ ਜਿਹੜੀ ਉੱਪਰ ਜਗ੍ਹਾ ਬਚ ਗਈ ਆ ਉਹ ਹਵਾ ਨੇ ਜਗ੍ਹਾ ਲੈਣੀ ਆ ਸੀਗਾ, ਉਹ ਹਵਾ ਜਿਹੜੀ ਉਹ ਬਰੀਦਰ ਥਰੂ ਅੰਦਰ ਆਉਣੀ ਹੈ। ਸੋ ਜੇ ਮੈਂ ਬਰੀਦਰ ਨਾਲ ਲਗਾਊਂਗਾ ਤਾਂ ਉੱਥੇ ਕੀ ਹੋਣਾ, ਸਾਰਾ ਮੋਇਸਚਰ ਜਿਹੜਾ ਹਵਾ ਦਾ ਨਾ ਉਹ ਅੰਦਰ ਆ ਜਾਣਾ ਇੱਥੇ, ਅਤੇ ਉਹ ਮੋਇਸਚਰ ਤਾਂ ਤੁਹਾਨੂੰ ਪਤਾ ਇਨਸੂਲੇਸ਼ਨ ਦਾ ਦੁਸ਼ਮਣ ਹੁੰਦਾ। ਸੋ ਉਹਨੇ ਕੀ ਕਰਨਾ, ਜਿਹੜਾ ਮੇਰਾ ਆਇਲ ਹੈ ਉਹਨੂੰ ਟੋਟਲੀ ਡੈਮੇਜ ਕਰ ਦੇਣਾ, ਖਰਾਬ ਕਰ ਦੇਣਾ, ਠੀਕ ਹੈ। ਮੋਇਸਚਰ ਜਦੋਂ ਆਇਲ ਦੇ ਵਿੱਚ ਆ ਗਿਆ, ਆਇਲ ਜਲਦੀ ਖਰਾਬ ਹੋ ਜਾਂਦਾ। ਸੋ ਉਸ ਕਰਕੇ ਮੈਂ ਬਰੀਦਰ ਲਗਾਇਆ ਹੁੰਦਾ। ਬਰੀਦਰ ਕੀ ਕਰਦਾ, ਇਹਦੇ ਵਿੱਚ ਸਿਲਿਕਾ ਜੈਲ ਹੁੰਦੀ ਆ। ਸਿਲਿਕਾ ਜੈਲ ਕੀ ਕਰਦੀ ਹੈ, ਜਿੰਨਾ ਵੀ ਹਵਾ ਦੇ ਵਿੱਚ ਮੋਇਸਚਰ ਹੁੰਦਾ ਉਹਨੂੰ ਅਬਜ਼ੋਰਬ ਕਰ ਲੈਂਦੀ ਹੈ, ਅਤੇ ਫਰੈਸ਼ ਜਿਹੜੀ ਏਅਰ ਆ ਜਿਹਦੇ ਵਿੱਚ ਮੋਇਸਚਰ ਨਹੀਂ ਹੁੰਦਾ ਉਹਨੂੰ ਕੀ ਕਰਦੀ ਆ, ਅੰਦਰ ਭੇਜ ਦਿੰਦੀ ਆ ਆਪਣੇ ਸਰਕਟ ਬ੍ਰੇਕਰ ਦੇ। ਸੋ ਇਹ ਕੰਮ ਹੁੰਦਾ ਮੇਰਾ ਬਰੀਦਰ ਦਾ। ਨੈਕਸਟ ਮੇਰੇ ਕੋਲ ਆਉਂਦੇ ਐਡਵਾਂਟੇਜ ਅਤੇ ਡਿਸਐਡਵਾਂਟੇਜਸ। ਸੋ ਸਭ ਤੋਂ ਮੇਨ ਐਡਵਾਂਟੇਜ ਤਾਂ ਆਪਣੇ ਕੋਲ ਇਹੀ ਆ ਮਿਨੀਮਮ ਆਇਲ ਸਰਕਟ ਬ੍ਰੇਕਰ ਦਾ, ਕਿ ਇਹ ਕੀ ਹੈ, ਇਟ ਰਿਕੁਆਇਰ ਲੈਸਰ ਕੁਆਂਟਿਟੀ ਆਫ ਆਇਲ, ਯਾਨੀ ਕਿ ਇਹਦੇ ਵਿੱਚ ਆਪਾਂ ਨੂੰ ਜ਼ਿਆਦਾ ਕੁਆਂਟਿਟੀ ਆਇਲ ਦੀ ਨਹੀਂ ਯੂਜ਼ ਕਰਨੀ ਪੈਂਦੀ ਐਜ਼ ਕੰਪੇਅਰ ਟੂ ਬਲਕ ਆਇਲ ਸਰਕਟ ਬ੍ਰੇਕਰ। ਵੀ ਬਲਕ ਆਇਲ ਸਰਕਟ ਬ੍ਰੇਕਰ 'ਚ ਬਹੁਤ ਜ਼ਿਆਦਾ ਕੁਆਂਟਿਟੀ 'ਚ ਆਪਾਂ ਆਇਲ ਯੂਜ਼ ਕਰਦੇ ਸੀ, ਤਾਂ ਆਇਲ ਜਿਹੜਾ ਹੁੰਦਾ ਉਹਦੀ ਵੈਲਿਊ ਕੁਆਂਟਿਟੀ ਵੱਧਦੀ ਰਹਿੰਦੀ ਜਿੱਦਾਂ ਜਿੱਦਾਂ ਵੋਲਟੇਜ ਇਨਕਰੀਜ਼ ਹੁੰਦੀ ਹੈ। ਨੈਕਸਟ ਹੁਣ ਦੇਖੋ ਆਇਲ ਦੀ ਕੁਆਂਟਿਟੀ ਘੱਟ ਗਈ ਆ, ਆਇਲ ਦੀ ਕੁਆਂਟਿਟੀ ਘਟਣ ਕਰਕੇ ਉਹਦਾ ਟੈਂਕ ਦਾ ਸਾਈਜ਼ ਵੀ ਰਿਡਿਊਸ ਹੋ ਜਾਣਾ, ਠੀਕ ਹੈ। ਸਾਈਜ਼ ਰਿਡਿਊਸ ਹੋਗਾ ਤਾਂ ਜਿਹੜਾ ਆਇਲ ਸਰਕਟ ਬ੍ਰੇਕਰ ਹੋਊਗਾ ਉਹਨੂੰ ਕੀ ਆ, ਆਪਾਂ ਕਿਸੇ ਵੀ ਜਗ੍ਹਾ ਦੇ ਉੱਪਰ ਕੀ ਹੈ ਐਡਜਸਟ ਕਰ ਸਕਦੇ ਹਾਂ, ਯਾਨੀ ਕਿ ਘੱਟ ਜਗ੍ਹਾ ਲਊਗਾ ਉਹ। ਸੋ ਇਟ ਰਿਕੁਆਇਰ ਸਮੋਲਰ ਸਪੇਸ, ਇਹ ਹੈਗੀ ਆ ਸੈਕਿੰਡ ਐਡਵਾਂਟੇਜ। ਨੈਕਸਟ ਮੇਰੇ ਕੋਲ ਆ ਜਾਂਦਾ ਦੇਅਰ ਇਜ਼ ਰਿਡਿਊਸਡ ਰਿਸਕ ਆਫ ਫਾਇਰ। ਦੇਖੋ ਆਇਲ ਦੀ ਕੁਆਂਟਿਟੀ ਘਟਣ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ 'ਤੇ ਫਰਕ ਪੈ ਗਿਆ। ਆਇਲ ਘਟ ਗਿਆ, ਅੱਗ ਲੱਗਣ ਦਾ ਖਤਰਾ ਘਟ ਗਿਆ, ਠੀਕ ਹੈ। ਥਰਡ ਪੁਆਇੰਟ ਜਿਹੜਾ ਆਪਣੇ ਕੋਲ ਰਿਡਿਊਸਡ ਰਿਸਕ ਆਫ ਫਾਇਰ, ਆਇਲ ਘਟ ਗਿਆ, ਅੱਗ ਲੱਗਣ ਦਾ ਖਤਰਾ ਵੀ ਘਟ ਗਿਆ, ਠੀਕ ਆ। ਸਪੇਸ ਵੀ ਹੁਣ ਘੱਟ ਲਊਗਾ ਕਿਉਂਕਿ ਸਾਈਜ਼ ਛੋਟਾ ਹੋ ਗਿਆ। ਅਤੇ ਫੋਰਥ ਪੁਆਇੰਟ ਵੀ ਇਹਦੇ ਨਾਲ ਰਿਲੇਟਡ ਆ ਕਿ ਮੇਨਟੇਨੈਂਸ ਪ੍ਰੋਬਲਮ ਜਿਹੜੀਆਂ ਆ ਉਹ ਵੀ ਰਿਡਿਊਸ ਹੋ ਗਈਆਂ, ਕਿਉਂਕਿ ਜ਼ਿਆਦਾ ਆਇਲ ਹੋਊਗਾ ਤਾਂ ਲੀਕੇਜ ਪ੍ਰੋਬਲਮ ਜ਼ਿਆਦਾ ਆਉਣੀ ਹੈ, ਉਹਨੂੰ ਚੇਂਜ ਕਰਨ ਦੀ ਲੋੜ ਜ਼ਿਆਦਾ ਪੈਣੀ, ਉਹ 'ਚ ਮੋਇਸਚਰ ਚੈੱਕ ਕਰਨਾ ਜ਼ਿਆਦਾ ਪੈਣਾ ਆਪਾਂ ਨੂੰ, ਖਤਰਾ ਮੋਇਸਚਰ ਆਉਣ ਦਾ ਵੀ ਜ਼ਿਆਦਾ ਆਇਲ 'ਚ, ਠੀਕ ਆ। ਸੋ ਉਹ ਵੀ ਪ੍ਰੋਬਲਮਸ ਜਿਹੜੀਆਂ ਆਪਣੇ ਕੋਲ ਇੱਥੇ ਕੀ ਹੋਈਆਂ, ਖਤਮ ਹੋ ਗਈਆਂ। ਸੋ ਮੇਨਟੇਨੈਂਸ ਪ੍ਰੋਬਲਮ ਵੀ ਕੀ ਹੋਈ ਮੇਰੇ ਕੋਲ ਖਤਮ ਹੋ ਗਈ। ਬਟ ਇਹਦੀਆਂ ਵੀ ਕੀ ਆ, ਕੁਛ ਡਿਸਐਡਵਾਂਟੇਜਸ ਵੀ ਹੈਗੀਆਂ ਇਹ ਵੀ ਸਰਕਟ ਬ੍ਰੇਕਰ ਦੀਆਂ। ਸੋ ਉਹ ਕੀ ਆ, ਫਸਟ ਕੀ ਹੈ, ਡਿਊ ਟੂ ਸਮਾਲਰ ਕੁਆਂਟਿਟੀ ਆਫ ਦਾ ਡਿਗਰੀ ਆਫ ਕਾਰਬਨਾਈਜੇਸ਼ਨ ਇਜ਼ ਇਨਕਰੀਜ਼ਡ। ਕਾਰਬਨਾਈਜੇਸ਼ਨ ਕੀ ਹੁੰਦਾ, ਤੁਸੀਂ ਦੇਖੋ ਕਦੀ ਕਦੀ ਨਾ ਜਿਹੜਾ ਆਪਣਾ ਆਇਲ ਹੁੰਦਾ ਉਹਦੇ ਉੱਪਰ ਕੀ ਹੁੰਦਾ, ਇੱਕ ਬਲੈਕ ਲੇਅਰ ਜੀ ਜੰਮ ਜਾਂਦੀ ਹੈ ਕਾਰਬਨ ਦੀ। ਸੋ ਉਹ ਕਾਰਬਨਾਈਜੇਸ਼ਨ ਹੁੰਦੀ ਆ, ਇਹ ਕੀ ਕਰਦੀ ਆ, ਆਇਲ ਦੀ ਜਿਹੜੀ ਡਾਇਲੈਕਟ੍ਰਿਕ ਸਟਰੈਂਥ ਹੁੰਦੀ ਹੈ ਉਹਨੂੰ ਘਟਾ ਦਿੰਦਾ ਜਿਹੜਾ ਕਾਰਬਨ ਹੁੰਦਾ। ਸੋ ਕੁਆਂਟਿਟੀ ਆਇਲ ਦੀ ਘੱਟ ਹੋਣ ਕਰਕੇ ਕੀ ਹੈ, ਡਿਗਰੀ ਆਫ ਕਾਰਬਨਾਈਜੇਸ਼ਨ ਜਿਹੜੀ ਇਨਕਰੀਜ਼ ਹੋ ਜਾਣੀ ਹੈ, ਯਾਨੀ ਕਿ ਕਾਰਬਨ ਜਿਹੜਾ ਹੈ ਉੱਥੇ ਜ਼ਿਆਦਾ ਬਣਨ ਲੱਗ ਪੈਣਾ। ਸੋ ਜੇ ਕਾਰਬਨ ਜ਼ਿਆਦਾ ਬਣੂਗਾ ਤਾਂ ਡਾਇਲੈਕਟ੍ਰਿਕ ਸਟਰੈਂਥ ਜਿਹੜੀ ਆਇਲ ਦੀ ਘੱਟ ਜਾਣੀ ਹੈ। ਨੈਕਸਟ ਦੇਅਰ ਇਜ਼ ਡਿਫੀਕਲਟੀ ਆਫ ਰਿਮੂਵਿੰਗ ਦਾ ਗੈਸਿਜ਼ ਫਰੋਮ ਦਾ ਕੰਟੈਕਟ ਸਪੇਸ ਇਨ ਟਾਈਮ। ਸੋ ਗੈਸਿਜ਼ ਜਿਹੜੀਆਂ ਆ ਇਹ ਕੀ ਹੋਣੀਆਂ, ਆ ਦੇਖੋ ਇੱਥੇ ਗੈਸਿਜ਼ ਜਿਹੜੀ ਆ, ਵੈਸੇ ਤਾਂ ਜੇ ਤਾਂ ਬਾਹਰਲੇ ਪਾਸੇ ਗੈਸਿਸ ਹੋਣਗੀਆਂ ਤਾਂ ਆਪਣੀਆਂ ਚਲੀਆਂ ਜਾਣਗੀਆਂ, ਬਟ ਜੇ ਅੰਦਰ ਗੈਸ ਰੁਕੀ ਤਾਂ ਉਹ ਜਿਹੜੀ ਆ ਪ੍ਰੋਬਲਮ ਕ੍ਰੀਏਟ ਕਰ ਸਕਦੀ ਆ ਉੱਥੇ, ਜਿਹੜਾ ਆਇਲ ਨਹੀਂ ਜਾਊਗਾ। ਸੋ ਉਹਨੂੰ ਜਿਹੜਾ ਕਲੀਅਰ ਕਰਨਾ ਵੀ ਆਪਣੇ ਆਪ 'ਚ ਇੱਕ ਚੈਲੰਜ ਹੁੰਦਾ। ਨੈਕਸਟ ਕੀ ਆ, ਲਾਸਟ ਡਿਸਐਡਵਾਂਟੇਜ ਦਾ ਡਾਇਲੈਕਟ੍ਰਿਕ ਸਟਰੈਂਥ ਆਫ ਆਇਲ ਡਿਟੀਰੀਓਰੇਟਸ ਰੈਪਰਲੀ ਡਿਊ ਟੂ ਹਾਈ ਡਿਗਰੀ ਆਫ ਕਾਰਬਨਾਈਜੇਸ਼ਨ। ਸੋ ਇਹ ਦੋਨੋਂ ਜਿਹੜੇ ਆ ਪੁਆਇੰਟ, ਫਸਟ ਪੁਆਇੰਟ ਅਤੇ ਥਰਡ ਪੁਆਇੰਟ ਇੱਕ ਦੂਜੇ ਨਾਲ ਰਿਲੇਟਡ ਹੀ ਨੇ। ਫਸਟ ਪੁਆਇੰਟ ਕੀ ਸੀਗਾ ਕਿ ਸਮਾਲ ਕੁਆਂਟਿਟੀ ਹੋਣ ਕਰਕੇ ਕਾਰਬਨ ਜਿਹੜਾ ਆ ਉੱਥੇ ਜ਼ਿਆਦਾ ਬਣੂਗਾ, ਠੀਕ ਆ। ਥਰਡ ਪੁਆਇੰਟ ਕੀ ਆ ਵੀ ਕਾਰਬਨ ਜ਼ਿਆਦਾ ਬਣਨ ਕਰਕੇ ਕੀ ਆ, ਜਿਹੜਾ ਆਇਲ ਆ ਉਹਦੀ ਡਾਇਲੈਕਟ੍ਰਿਕ ਸਟਰੈਂਥ ਜਿਹੜੀ ਆ ਉਹ ਵੀ ਜਲਦੀ ਖਰਾਬ ਹੋ ਜਾਣੀ ਆ, ਠੀਕ ਆ। ਸੋ ਇਹ ਮੇਰੇ ਕੋਲ ਕੀ ਆ, ਮਿਨੀਮਮ ਆਇਲ ਸਰਕਟ ਬ੍ਰੇਕਰ ਸੀਗਾ ਜਿਹਨੂੰ ਆਪਾਂ ਅੱਜ ਸਟੱਡੀ ਕੀਤਾ ਹੈ। ਬਹੁਤ ਸਿੰਪਲ ਅਤੇ ਬਹੁਤ ਬੇਸਿਕ ਆ। ਸੋ ਕੰਸਟਰਕਸ਼ਨ ਦੇ ਵਿੱਚ ਤਾਂ ਇਹਦੇ ਇੱਕ ਤਾਂ ਤੁਸੀਂ ਚੀਜ਼ ਹਮੇਸ਼ਾ ਯਾਦ ਹੀ ਰੱਖਣੀ ਆ ਨਾ ਕਿ ਫਿਕਸਡ ਕੰਟੈਕਟ ਅਤੇ ਮੂਵਿੰਗ ਕੰਟੈਕਟ, ਇਹ ਦੋ ਚੀਜ਼ਾਂ ਦਾ ਹਰ ਸਰਕਟ ਬ੍ਰੇਕਰ ਦੇ ਵਿੱਚ ਹੋਣੀਆਂ। ਜਿੰਨੇ ਵੀ ਸਰਕਟ ਬ੍ਰੇਕਰ ਆਪਾਂ ਪੜ੍ਹਨੇ ਆ ਸਾਰੇ ਸਰਕਟ ਬ੍ਰੇਕਰ ਦੇ ਵਿੱਚ ਇਹ ਦੋ ਚੀਜ਼ਾਂ ਜ਼ਰੂਰ ਹੋਣਗੀਆਂ, ਇੱਕ ਫਿਕਸਡ ਕੰਟੈਕਟ ਅਤੇ ਇੱਕ ਮੂਵਿੰਗ ਕੰਟੈਕਟ। ਸੋ ਇਹ ਆਪਣਾ ਅੱਜ ਦਾ ਟੌਪਿਕ ਸੀ। ਕੋਈ ਵੀ ਡਾਊਟ ਹੋਇਆ ਤਾਂ ਮੈਨੂੰ ਪੁੱਛ ਲਿਓ ਕਿਸੇ ਵੀ ਟਾਈਮ 'ਤੇ, ਠੀਕ ਹੈ। ਓਕੇ, ਥੈਂਕ ਯੂ।